ਮੌਜੂਦਾ ਕਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਦੇਸ਼ ਦੇ ਵਿੱਚ ਜੋ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਔਰ ਜੋ ਦੇਸ਼ ਦੀ ਆਰਥਿਕਤਾ ਨਿਵਾਣ ਵੱਲ ਗਈ ਹੈ, ਉਸ ਨੂੰ ਸਿਰਫ ਤੇ ਸਿਰਫ ਖੇਤੀ ਅਰਥਚਾਰਾ ਹੀ ਸੰਭਾਲ ਸਕਦਾ ਹੈ। ਕਿਉਂ ਜੋ ਪਿਛਲੇ ਦਿਨਾਂ ਦੇ ਵਿੱਚ ਜੋ ਲਗਭਗ 1.5 ਸਾਲ ਹੋ ਚੁੱਕਿਆ ਹੈ ਕਿ ਜਿੱਥੇ ਲੋਕਾਂ ਨੂੰ ਖਾਣ ਪੀਣ ਦੀ ਮੁਸ਼ਕਲ ਆ ਰਹੀ ਹੈ, ਉੱਥੇ ਇੰਡਸਟਰੀ ਬੰਦ ਹੋ ਗਈ ਹੈ, ਸਰਵਿਸ ਇੰਡਸਟਰੀ ਬੰਦ ਹੈ, ਬੈਂਕਾਂ ਦਾ ਬੁਰਾ ਹਾਲ ਹੋਇਆ ਪਿਆ ਔਰ ਉਹਦੇ ਉੱਤੋਂ ਧੰਨਾ ਸੇਠਾਂ ਨੇ ਦੇਸ਼ ਦੀ ਜੋ ਅਤ ਗਰੀਬੀ ਦੇ ਹਾਲਾਤ ਵੱਲ ਧੱਕਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਇਸ ਮੌਕੇ ਸਿਰਫ ਤੇ ਸਿਰਫ ਇੱਕ ਕਿਸਾਨੀ ਹੈ ਔਰ ਸਿਰਫ ਇੱਕ ਖੇਤੀਬਾੜੀ ਹੈ ਜਿਹੜੀ ਇਸ ਦੇਸ਼ ਨੂੰ ਬਾਹਰ ਉਭਾਰ ਕੇ ਲਿਆ ਸਕਦੀ ਹੈ। 138 ਕਰੋੜ ਦੇਸ਼ ਦੇ ਵਿੱਚ ਜਨਸੰਖਿਆ ਦੇ ਵਿੱਚੋਂ ਲਗਭਗ 82% ਦੇ ਕੋਲ ਲੋਕ ਉਹ ਨੇ ਜਿਹੜੇ ਖੇਤੀਬਾੜੀ ਦੇ ਨਾਲ ਸੰਬੰਧਿਤ ਨੇ ਜਾਂ ਇਹਨਾਂ ਧੰਦਿਆਂ ਦੇ ਉੱਤੇ ਸੰਬੰਧਿਤ ਨੇ। ਪਿਛਲੇ ਸਮੇਂ ਵਿੱਚ ਜਿੱਥੇ ਲੋਕੀ ਗਰੀਬੀ ਰੇਖਾ ਤੋਂ ਥੱਲੇ ਵਾਲੇ ਨੇ, ਉਹਨਾਂ ਨੂੰ ਇੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿ 10 ਸਾਲ ਦੇ UPA ਦੇ ਸ਼ਾਸਨ ਵਿੱਚ ਜਦੋਂ ਗਰੀਬੀ ਰੇਖਾ ਤੋਂ ਲੋਕ ਉੱਪਰ ਆਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਸੀ ਔਰ ਦੁਨੀਆ ਦੇ ਵਿੱਚ ਸਾਡੇ ਦੇਸ਼ ਦਾ ਦਮਗਜਾ ਵੱਜ ਰਿਹਾ ਸੀ, ਹਾਲਾਤ ਇਹ ਆ ਗਏ ਨੇ ਕਿ ਪਿਛਲੇ 7 ਸਾਲਾਂ ਦੇ ਵਿੱਚ ਜੋ ਹੁਣ ਅੰਕੜੇ ਜਾਰੀ ਹੋਏ ਨੇ ਉਹਦੇ ਵਿੱਚ 27 ਕਰੋੜ ਤੋਂ ਵੱਧ ਲੋਕ ਜਿਹੜੇ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਚਲੇ ਗਏ ਨੇ। ਉਹ ਜਦੋਂ ਲੋਕ ਖਾਣ ਪੀਣ ਤੋਂ ਆਤਰ ਹੋ ਜਾਣ, ਉਸ ਦੇਸ਼ ਦੇ ਬਾਰੇ ਤੁਸੀਂ ਆਪ ਸੋਚ ਵਿਚਾਰ ਕਰ ਸਕਦੇ ਹੋ। ਖੇਤੀਬਾੜੀ ਬਾਰੇ ਇਸ ਲਈ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਜ਼ਿਆਦਾਤਰ ਲੋਕ ਪਿੰਡਾਂ ਦੇ ਵਿੱਚ ਰਹਿੰਦੇ ਨੇ ਔਰ ਜਿਹੜੀ ਨੌਜਵਾਨੀ ਹੈ ਉਹ ਕਿਸੇ ਪਾਸੇ ਵੀ ਤੋਰੀ ਜਾ ਸਕਦੀ ਹੁੰਦੀ ਹੈ। 67% ਤੋਂ ਲੋਕ ਸਾਡੇ ਦੇਸ਼ ਦੇ ਉਹ ਨੇ ਜਿਹੜੇ 40 ਸਾਲ ਤੋਂ ਥੱਲੇ ਨੇ। ਜਦੋਂ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲੇਗਾ, ਖਾਣ ਪੀਣ ਦਾ ਕੋਈ ਸਾਧਨ ਨਹੀਂ ਆ, ਤਾਂ ਕਿਸ ਪਾਸੇ ਨੂੰ ਅਸੀਂ ਉਹਨੂੰ ਮਾਰਗਦਰਸ਼ਨ ਦੇ ਰਹੇ ਹਾਂ। ਖੇਤੀਬਾੜੀ ਇੱਕੋ ਇੱਕ ਜਿਹੜਾ ਗਰੋਥ ਇੰਜਣ ਹੈ ਜਿਹੜਾ ਸਾਨੂੰ ਇੰਪਲੋਇਮੈਂਟ ਦੇ ਸਕਦਾ ਅਤੇ ਸਾਡਾ ਢਿੱਡ ਭਰ ਸਕਦਾ। ਜਿਸ ਹਿਸਾਬ ਨਾਲ ਬੀਤਲੇ ਸਾਲ ਦੇ ਵਿੱਚ ਭਾਜਪਾ ਦੀ ਅਗਵਾਈ ਵਾਲੇ NDA ਸਰਕਾਰ ਨੇ 3 ਕਿਸਾਨ ਅਖੌਤੀ ਹਿਤੈਸ਼ੀ ਬਿੱਲ ਪੇਸ਼ ਕੀਤੇ ਨੇ, ਜਦੋਂ ਕਿ ਉਹ ਕਿਸਾਨੀ ਦੇ ਖਿਲਾਫ ਨੇ, ਸਾਡੇ ਬੁਨਿਆਦੀ ਜੋ ਸਾਡੀ ਸੋਚ ਹੈ ਉਹਦੇ ਖਿਲਾਫ ਨੇ ਔਰ ਖੇਤੀਬਾੜੀ ਦੇ ਖਿਲਾਫ ਨੇ। ਇਹ ਸਿਰਫ ਧੰਨਾ ਸੇਠਾਂ ਦਾ ਮਲਟੀਨੈਸ਼ਨਲ ਕੰਪਨੀਆਂ ਔਰ ਟਰਾਂਸਨੈਸ਼ਨਲ ਕੰਪਨੀਆਂ ਦੇ ਅੱਗੇ ਆਮ ਜਨਤਾ ਨੂੰ ਮਜਬੂਰ ਕਰਕੇ ਸੁੱਟਣ ਵਾਲੀ ਗੱਲ ਹੋਈ ਪਈ ਹੈ। ਤੁਸੀਂ ਸਰੋਂ ਦੇ ਤੇਲ ਦਾ, ਖਾਦ ਪਦਾਰਥਾਂ ਦਾ ਰੇਟ ਵੇਖ ਸਕਦੇ ਹੋ, ਪਿਛਲੇ 1 ਸਾਲ ਦੇ ਵਿੱਚ 150 ਗੁਣਾ ਦੇ ਕੋਲ ਉਹ ਪਹੁੰਚ ਗਿਆ। ਇਹ ਉਦੋਂ ਜਦੋਂ ਇਹ ਕਹਿ ਰਹੇ ਨੇ ਕਿ ਕਿਸਾਨ ਬਿੱਲ ਜਿਹੜੇ ਨੇ ਅਸੀਂ ਅਵੇਂਸ ਦੇ ਵਿੱਚ ਰੱਖੇ ਨੇ, ਸਸਪੈਂਡਡ ਦੇ ਵਿੱਚ ਨੇ। ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ, ਕਿਉਂਕਿ ਛੋਟਾ ਜਦੋਂ ਕਿਸਾਨ ਜੋ ਦਿਹਾੜੀਦਾਰਾ ਕਰਦਾ ਹੈ, ਉਹ ਇੱਕ ਤਾਂ ਉਹਨੂੰ ਘਰ ਦੇ ਨੇੜੇ ਰੋਜ਼ਗਾਰ ਮਿਲਿਆ ਹੋਇਆ, ਦੂਸਰਾ ਉਹ ਆਪਣੇ ਪੇਟ ਪਾਲਦਾ ਔਰ ਤੀਸਰਾ ਦੇਸ਼ ਦੀ ਇਕੋਨਮੀ ਦੇ ਵਿੱਚ ਆਪਣਾ ਸਰਦਾ ਬਣਦਾ ਯੋਗਦਾਨ ਪਾਉਂਦਾ। ਪਿਛਲੇ 1.5 ਸਾਲ ਦੇ ਵਿੱਚ ਦੇਸ਼ 'ਚੋਂ ਜੋ ਵੀ ਖਾਣ ਪਦਾਰਥ ਐਕਸਪੋਰਟ ਹੋਏ ਨੇ, ਉਹਨਾਂ ਦੇ ਨਾਲ ਜਿੱਥੇ ਸਾਨੂੰ ਅੱਤ ਲੋੜੀਂਦਾ ਵਿਦੇਸ਼ੀ ਸਰਮਾਇਆ ਆਇਆ, ਉੱਥੇ ਸਾਨੂੰ ਆਪਣੇ ਦਿਨਚਰਿਆ ਚਾਲੀ ਰੱਖਣ ਦੇ ਵਿੱਚ ਮੌਕਾ ਮਿਲਿਆ। ਹੁਣ ਸਮਾਂ ਹੈ ਕਿ ਸੱਤਾਸੀਨ ਜੋ ਲੋਕ ਨੇ ਉਹ ਸ਼ਾਇਦ ਇਸ ਚੀਜ਼ ਤੋਂ ਬੜੀ ਦੂਰ ਨੇ। ਉਹਨਾਂ ਨੇ ਕਦੇ ਇਸ ਜ਼ਮੀਨੀ ਹਕੀਕੀ ਸੱਚਾਈ ਤੋਂ ਨਾ ਤੇ ਉਹ ਜਾਣੂ ਨੇ, ਨਾ ਉਹਨਾਂ ਨੇ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਉਹੀ ਕਿਸਾਨੀ ਭਾਈਚਾਰਾ, ਉਹੋ ਹੀ ਮੈਨ ਪਾਵਰ ਹੈ, ਉਹ ਜ਼ਮੀਨ ਹੈ, ਉਹੋ ਹੀ ਜਗ੍ਹਾ ਹੈ, ਉਹ ਸੰਦ ਨੇ, ਉਹ ਬੀਜ ਨੇ, ਉਹ ਖਾਦ ਆ ਅਤੇ ਉਹ ਹੀ ਲੋਕ ਨੇ। ਇਹਨਾਂ ਦੇ ਵਿੱਚ ਸਿਰਫ ਤੇ ਸਿਰਫ ਨਵੇਂ ਬੀਜ ਜਿਹੜੇ ਸੁਧਰੇ ਹੋਏ ਨੇ, ਨਵੀਂ ਟੈਕਨੋਲੋਜੀ ਲਾ ਕੇ, ਪੋਸਟ ਹਾਰਵੈਸਟ ਟੈਕਨੋਲੋਜੀ ਲਗਾ ਕੇ, ਕਿਸਾਨੀ ਨੂੰ ਜਾਗਰੂਕ ਕਰਕੇ, ਉਹਨਾਂ ਦੇ ਜਿਹੜੇ ਖੇਤੀ ਕਰਨ ਦੇ ਢੰਗ ਤਰੀਕੇ ਨੇ ਉਹਨਾਂ ਨੂੰ ਆਪ ਖਰਚਾ ਕਰਕੇ ਸਰਕਾਰ ਨੂੰ ਚਾਹੀਦਾ ਕਿ ਉਹਨੂੰ ਚੰਗੇ ਰਾਏ, ਚੰਗੀ ਲੀਹੇ ਪਾਏ ਤਾਂ ਜੋ ਕਿਸਾਨੀ ਦੀ ਪੈਦਾਵਾਰ ਵੱਧ ਸਕੇ। ਗੱਲਾਂ ਬਹੁਤ ਕੀਤੀਆਂ ਗਈਆਂ ਕਿ 2022 ਤੱਕ ਕਿਸਾਨੀ ਦੀ ਆਮਦਨੀ ਦੁੱਗਣੀ ਕਰ ਦਿੱਤੀ ਜਾਵੇਗੀ। 2014 'ਚ ਜਦੋਂ ਇਹ ਸਰਕਾਰ ਆਈ ਹੈ, ਗੱਲਾਂ ਕਰਦਿਆਂ ਨਹੀਂ ਸੀ ਥੱਕਦੇ ਕਿ ਅਸੀਂ ਦੋਗੁਣੀ ਆਮਦਨੀ ਕਰ ਦਿਆਂਗੇ। ਹੁਣ ਤਾਂ 2022 ਆਣ ਖਲੋਤਾ ਹੈ, ਕਿੱਥੇ ਦੁੱਗਣੀ ਹੋਈ ਹੈ? ਦੁੱਗਣੀ ਹੋਈ ਹੈ ਤੇ ਡੀਜ਼ਲ ਦੀ ਪ੍ਰਾਈਸ ਦੁੱਗਣੀ ਹੋਈ ਹੈ ਤੇ ਖਾਦਾਂ ਦੀ, ਉਹਦੇ ਵਿੱਚ ਡਾਇਆ ਲਾ ਲਓ, ਯੂਰੀਆ ਲਾ ਲਓ, ਉਹਦੇ ਵਿੱਚ ਖੇਤੀ ਇਨਪੁਟ ਜਿੰਨੀਆਂ ਨੇ ਉਹ ਹੋਈਆਂ ਨੇ 2 ਗੁਣਾ। ਅਤੇ ਕਿੱਥੇ MSP ਦੇਣ ਤੋਂ ਆਤ ਰਿਹਾ ਸਰਕਾਰ, ਉਹ ਦੇਣਾ ਨਹੀਂ ਚਾਹੁੰਦੀ। ਜਿਹੜੇ ਧੰਨਾ ਸੇਠ ਨੇ ਉਹ
ਐਮਐਸਪੀ ਦੇਣ ਦੇ ਉੱਤੋਂ ਭੱਜ ਗਏ ਨੇ। ਹੁਣ ਆ ਮੌਜੂਦਾ ਜਿਹੜੀ ਫਸਲ ਖਰੀਦੀ ਗਈ ਹੈ, ਅੱਜ ਦੇਖ ਲਓ ਮਾਰਕੀਟ ਦੇ ਵਿੱਚ ਕੀ ਪ੍ਰਾਈਸ ਹੈਗਾ ਖਾਦ ਪਦਾਰਥਾਂ ਦਾ। ਔਰ ਇਹ ਐਮਐਸਪੀ ਇਨਸ਼ੋਰ ਕਰਨਾ ਜਿਹੜੀ ਸਭ ਤੋਂ ਅਤ ਲੋੜੀਂਦੀ ਸੱਚਾਈ ਆ ਉਹ ਇਹ ਹੈ ਕਿ ਦੇਸ਼ ਦਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ, ਜਿਹੜਾ ਰਾਸ਼ਨ ਪ੍ਰਣਾਲੀ ਹੈ, ਉਹ ਸਾਰੀ ਦੀ ਸਾਰੀ ਐਮਐਸਪੀ ਦੇ ਉੱਤੇ ਡਿਪੈਂਡ ਕਰਦੀ ਹੈ। ਜੇ ਤੁਹਾਡੇ ਕੋਲ ਅੰਨ ਦੀ ਭੰਡਾਰਨ ਦੀ ਸੁਰੱਖਿਆ ਹੀ ਨਹੀਂ ਹੋ ਪਾਏਗੀ ਤਾਂ ਫਿਰ ਤੁਸੀਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਦੀ ਤੇ ਗੱਲ ਛੱਡੋ, ਆਉਣ ਵਾਲੇ ਸਮੇਂ 2 3 4 ਸਾਲ ਦੇ ਵਿੱਚ ਅਸੀਂ ਕੀ ਦੇਸ਼ ਦੇ ਲੋਕਾਂ ਨੂੰ ਸੰਦੇਸ਼ ਦੇਵਾਂਗੇ, ਜਦੋਂ ਕਿ ਵੱਡੀਆਂ ਵੱਡੀਆਂ ਫੂਡ ਗ੍ਰੇਨ ਕੰਪਨੀਆਂ ਆਸਟ੍ਰੇਲੀਆ ਤੋਂ ਲੈ ਕੇ ਅਮਰੀਕਾ ਤੇ ਚਾਈਨਾ ਤੱਕ ਉਹ ਹਾਈ ਸੀ ਦੇ ਵਿੱਚ ਸਮੁੰਦਰਾਂ ਦੇ ਤੱਟਾਂ ਦੇ ਉੱਤੇ ਆਪਣੇ ਜਹਾਜ਼ ਭਰ ਕੇ ਖਲੋਤੇ ਨੇ, ਔਰ ਉਹਨਾਂ ਨੇ ਸਾਡੀ 3 4 5 ਸਾਲ ਤੱਕ ਸਾਡੀ ਬੇਸਿਕ ਪ੍ਰਾਈਸ ਤੋਂ ਥੱਲੇ ਵੀ ਉਹ ਦੇਣ ਨੂੰ, ਕਿਉਂਕਿ ਉਹਨਾਂ ਨੂੰ ਅੰਤਰਰਾਸ਼ਟਰੀ ਮੰਡੀ ਨਹੀਂ ਲੱਭਦੀ ਪਈ, ਉਹ ਸਾਨੂੰ ਸਾਡੀ ਲੈਂਡਡ ਕਾਸਟ ਤੋਂ ਵੀ ਸਸਤੀਆਂ ਦੇਣ ਦੀ ਕਪੈਸਿਟੀ ਰੱਖਦੀਆਂ ਨੇ। ਜਿੱਥੇ ਉਹਦੇ ਨਾਲ ਨੁਕਸਾਨ ਸਾਡੇ ਕਿਸਾਨੀ ਭਾਈਚਾਰੇ ਦਾ ਹੋਏਗਾ, ਆਮ ਜਨਤਾ ਦਾ ਵੀ ਹੋਏਗਾ, ਬਾਅਦ 'ਚੋਂ ਹੱਥ ਪਿੱਛੇ ਖਿੱਚ ਲੈਣਗੇ। ਇਹ ਸਾਰੀ ਦੁਨੀਆ ਦੇ ਵਿੱਚ ਜ਼ਾਹਰਾ ਤੌਰ 'ਤੇ ਸਾਰੀ ਦੁਨੀਆ ਨੂੰ ਪਤਾ ਹੈਗਾ ਹੈ। ਇਹ ਜੇ ਸਾਡੇ ਚੰਦ ਡਿਸੀਜ਼ਨ ਮੇਕਰਾਂ ਨੂੰ ਨਹੀਂ ਪਤਾ, ਉਹਨਾਂ ਨੂੰ ਅਲਟੀਮੇਟਲੀ ਜਿਨ੍ਹਾਂ ਲੋਕਾਂ ਨੇ ਸੱਤਾ ਦੇ ਵਿੱਚ ਬਿਠਾਇਆ ਹੈ ਉਹੋ ਹੀ ਫਿਰ ਉਹਨਾਂ ਸੱਤਾ ਤੋਂ ਧੂ ਕੇ ਥੱਲੇ ਲਾਣਗੇ। ਇਹ ਕੋਈ ਗੱਲ ਤਾਂ ਨਹੀਂ ਬਣਦੀ ਨਜ਼ਰ ਆਉਂਦੀ। ਇਹ ਸਮਾਂ ਹੈ ਸੰਭਲਣ ਦਾ, ਮੌਕੇ ਦੀ ਨਜ਼ਾਕਤ ਦੇਖਣ ਦਾ। ਬਹੁਤ ਸਾਰੀਆਂ ਗੱਲਾਂ ਨੇ। ਫਾਰਮਰ ਦੀ ਡਬਲ ਇਨਕਮ ਕਰਨੀ ਸੀ, ਕੁਝ ਨਹੀਂ ਹੋਇਆ। ਨਵੀਆਂ ਤਕਨੀਕਾਂ ਦੇਣੀਆਂ ਸੀ, ਨਹੀਂ ਹੋਇਆ। ਪਰ ਡ੍ਰੌਪ ਮੋਰ ਕ੍ਰੌਪ, ਇਹ ਸਭ ਗੱਲਾਂ ਹੀ ਰਹਿ ਗਈਆਂ ਨੇ। ਸਵਾਮੀਨਾਥਨ ਕਮਿਸ਼ਨ ਦੀ ਜਿਹੜੀ ਰਿਕਮੈਂਡੇਸ਼ਨ ਸੀ ਉਹਦੇ ਧਿਆਨ ਦੇ ਵਿੱਚ ਵੇਖਣਾ ਸੀ। CACP ਜਿਹੜਾ ਕਾਸਟ ਪ੍ਰਾਈਸਿਸ ਕਮਿਸ਼ਨ ਸੀ, ਉਹਦੀਆਂ ਜੋ ਤੁਹਾਨੂੰ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ ਉਹ ਪਤਾ ਹੀ ਨਹੀਂ ਕਿਹੜੀਆਂ ਕੈਲਕੂਲੇਸ਼ਨਾਂ 'ਚ ਤੁਸੀਂ ਲੈ ਆਉਂਦੀਆਂ ਨੇ, ਜਦੋਂ ਕਿ ਸਾਰੀ ਦੁਨੀਆ C2+ ਐਕਚੁਅਲ ਕਾਸਟ ਮੰਗ ਰਹੀ ਹੈ। ਤੁਸੀਂ ਆਪੋ ਆਪਣੇ ਹਿਸਾਬ ਨਾਲ ਕੈਲਕੂਲੇਟ ਕਰ ਰਹੇ ਹੋ। ਕਿਸਾਨ ਸੁਚੇਤ ਹੋ ਚੁੱਕਿਆ ਹੈ। ਸਮੇਂ ਦੀਆਂ ਮਾਰਾਂ ਨੇ, ਖਾਸ ਕਰ ਪਿਛਲੇ 5 ਤੋਂ 7 ਸਾਲ ਦੀ ਜੋ ਮਾਰ ਝੱਲੀ ਹੈ ਉਹਨਾਂ ਨੂੰ ਵੇਖ ਕੇ ਸੁਚੇਤ ਹੋ ਚੁੱਕਿਆ ਹੈ। ਸਮਾਂ ਹੈ ਮੌਜੂਦਾ ਸਰਕਾਰ ਨੂੰ ਕੁਝ ਨਵਾਂ ਸੋਚਣ ਦਾ, ਔਰ ਜ਼ਮੀਨੀ ਹਕੀਕੀ ਸੱਚਾਈ ਤੋਂ ਸੇਧ ਲੈ ਕੇ ਜਿੱਥੇ ਫਾਰਮ ਬਿੱਲ ਰੱਦ ਕਰਨ ਦਾ ਹੈ, ਉੱਥੇ ਖੇਤੀ ਤਕਨੀਕਾਂ ਦੀ ਇੰਪਰੂਵਮੈਂਟ, ਸੀਡ ਦੀ ਇੰਪਰੂਵਮੈਂਟ ਔਰ ਖੇਤੀ ਤੇ ਮੰਡੀਕਰਨ ਦਾ ਜੋ ਸਾਰਾ ਅਰਥਚਾਰਾ ਹੈ ਉਹਨੂੰ ਨਵੇਂ ਪਰਿਪੇਖ 'ਚ ਵੇਖਣ ਦੀ ਲੋੜ ਹੈ।